ਹਾਂਜੀ, ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ। ਕਿਵੇਂ ਹੋ ਸਾਰੇ? ਵਧੀਆ, ਠੀਕ ਠਾਕ ਹੋ? ਆਈ ਹੋਪ ਤੁਹਾਡੀ ਸਟੱਡੀ ਬਹੁਤ ਅੱਛੀ ਚੱਲ ਰਹੀ ਹੋਊਗੀ ਹੈ ਨਾ। ਸੋ ਰਾਜੇ, ਅੱਜ ਆਪਣਾ ਇਕਨੋਮਿਕਸ ਦਾ ਲੈਕਚਰ ਨੰਬਰ ਕਿੰਨਾ ਵਾ? ਆਪਣਾ 3rd ਲੈਕਚਰ ਹੈ, ਠੀਕ ਹੈ। ਸੋ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਆਪਾਂ ਨੂੰ ਫਸਟ ਲੈਕਚਰ ਹੋਇਆ ਅਤੇ ਇੱਕ ਹੋਇਆ ਸੈਕਿੰਡ, ਤੁਹਾਨੂੰ ਨਾ ਟੋਪਿਕ ਦੇ ਵਿੱਚ ਸਮਝ ਲੱਗ ਗਈ ਹੋਊਗੀ ਹੈ ਨਾ। ਸੋ ਮੇਰੀ ਕੋਸ਼ਿਸ਼ ਕੀ ਹੈ ਕਿ ਤੁਹਾਨੂੰ ਹਰ ਵਾਰ ਦੀ ਤਰ੍ਹਾਂ, ਚਾਹੇ ਉਹ ਪੋਲਿਟੀ ਹੈ, ਚਾਹੇ ਉਹ ਹਿਸਟਰੀ ਹੈ, ਚਾਹੇ ਜੋਗਰਾਫੀ ਹੈ, ਔਰ ਇੱਕ ਆਪਣੀ ਹੋ ਗਈ ਇਕਨੋਮਿਕਸ, ਸਾਰਿਆਂ ਦੇ ਵਿੱਚ ਮੈਂ ਤੁਹਾਨੂੰ ਇੱਕ ਕਨਸੈਪਟ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਅੰਦਰ ਜੋ ਕਨਸੈਪਟ ਦਿਮਾਗ ਦੇ ਅੰਦਰ ਆ ਗਿਆ ਤਾਂ ਤੁਸੀਂ ਕਿਸੇ ਵੀ ਕੁਐਸਚਨ ਨੂੰ ਹੱਲ ਕਰਨ ਦੇ ਵਿੱਚ ਕਾਮਯਾਬ ਹੋ ਜਾਓਗੇ, ਹੈ ਨਾ। ਸੋ ਤੁਸੀਂ ਇਸ ਵੀਡੀਓ ਦੇ ਵਿੱਚ ਤੁਸੀਂ ਕੀ ਕਰਨਾ, ਕਨਸੈਪਟ ਲੈਣੇ ਨੇ, ਫਿਰ ਮੈਂ ਤੁਹਾਡੇ ਜਿਹੜੇ MCQ ਤੁਹਾਡੇ ਸਾਰੇ ਦੇ ਸਾਰੇ ਸੋਲਵ ਹੋ ਜਾਣਗੇ। ਔਰ ਜਿਹੜੀ ਇਸ ਦੀ PDF ਹੈ, ਤੁਹਾਨੂੰ ਉਹ ਜਿਹੜੀ PDF ਹੈ ਉਹ ਟੈਲੀਗ੍ਰਾਮ ਦੇ ਵਿੱਚ ਮੈਂ ਸ਼ੇਅਰ ਕਰੂੰਗਾ। ਕਰਤੀਆਂ ਸੀ ਵੈਸੇ ਮੈਂ ਲੈਕਚਰ 1 ਅਤੇ ਲੈਕਚਰ 2। ਸੋ ਜਿਹੜੀਆਂ ਮੈਂ PPT ਬਣਾਇਆ ਕਰੂੰਗਾ ਅੱਜ ਤੋਂ ਬਾਅਦ, ਫਿਰ ਉਹਦੀਆਂ ਤੁਹਾਨੂੰ ਨਾਲ ਦੀ ਨਾਲ ਜਿਹੜੀਆਂ ਮੈਂ ਸ਼ੇਅਰ ਕਰ ਦਿਆ ਕਰੂੰਗਾ। ਅਗਰ ਤੁਸੀਂ ਰਿਵੀਜ਼ਨ ਕਰਨੀ ਹੈ ਜਾਂ ਕੁਛ ਵੀ ਹੈ ਤੁਹਾਨੂੰ, ਹੈ ਨਾ, ਤੁਸੀਂ ਬੱਚੇ ਮੰਗ ਰਹੇ ਸੀਗੇ, ਸੋ PDF ਮੈਂ ਉੱਥੇ ਇਹ ਵੀ ਅਪਲੋਡ ਕਰ ਦੂੰਗਾ ਅੱਜ ਦੀ ਲੈਕਚਰ ਨੰਬਰ 3rd ਦੀ। ਓਕੇ, ਸੋ ਮੈਰਾਥਨ ਕਲਾਸ ਸਭ ਨੂੰ ਵਧੀਆ ਵਧਾਈਆਂ ਹੋਣ, ਠੀਕ ਹੈ। ਕਿ ਮੈਰਾਥਨ ਕਲਾਸ ਅੱਜ ਰਾਤ ਨੂੰ ਰਿਕਾਰਡ ਕਰਕੇ ਸੁਬਾਹ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ 9 ਵਜੇ ਚਾਹੀਦੀ ਹੈ ਕਿ ਸ਼ਾਮ ਨੂੰ ਚਾਹੀਦੀ ਹੈ, ਕਿ ਸੁਬਾਹ ਦੇ ਵਿੱਚ ਹੀ ਤੁਹਾਨੂੰ ਮੈਂ ਦੇ ਦਾਂ 10 ਵਜੇ। ਜਦੋਂ ਤੁਸੀਂ ਬੋਲੋਗੇ ਆਪਾਂ ਉਹਦੀ ਅਪਲੋਡ ਕਰ ਦਾਂਗੇ, ਚਾਹੇ ਤੁਸੀਂ ਭਾਵੇਂ ਸੁਬਾਹ 7 ਵਜੇ ਕਰ ਲਓ, ਹੈ ਨਾ। ਸੋ ਅੱਜ ਰਾਤ ਨੂੰ ਮੈਂ ਰਿਕਾਰਡ ਕਰ ਲੂँਗਾ, ਕੋਈ ਚੱਕਰ ਨਹੀਂ ਹੈ। ਕੁਐਸਚਨ ਆਨਸਰ ਬਸ 2000 ਰਹਿ ਗਏ, ਬਣਾ ਦਾਂਗੇ ਆਪਾਂ। ਸੋ ਉਸ ਤੋਂ ਬਾਅਦ ਫਿਰ 1-2 ਦਿਨ ਛੱਡ ਕੇ ਫਿਰ ਆਪਾਂ ਦੇ ਦਾਂਗੇ ਦੂਜੀ ਕਲਾਸ। ਓਕੇ, ਸੋ ਸ਼ੁਰੂ ਕਰਦੇ ਫਿਰ ਆਪਾਂ। ਕੋਈ ਗੱਲ ਨਹੀਂ ਹੈ, ਪੇਪਰ ਹੋ ਗਿਆ ਤਾਂ ਠੀਕ ਹੈ, ਜੇ ਨਹੀਂ ਵੀ ਹੋਇਆ ਕੋਈ ਗੱਲ ਨਹੀਂ ਹੈ, ਤੁਸੀਂ ਚਿੰਤਾ ਨਹੀਂ ਕਰਨੀ ਹੈਗੀ, ਠੀਕ ਹੈ। ਸੋ ਦੇਖੋ, ਆਪਾਂ ਕੱਲ੍ਹ ਦੇ ਵਿੱਚ ਨਾ ਪਤਾ ਕੀ ਕੀਤਾ ਸੀਗਾ ਕਿ ਕੱਲ੍ਹ ਆਪਾਂ ਕੰਪਨੀਆਂ ਵਗੈਰਾ ਕੀਤੀਆਂ ਸੀਗੀਆਂ, ਬੈਂਕ ਕੀਤੇ ਸੀ ਆਪਾਂ ਸਭ ਤੋਂ ਪਹਿਲਾਂ, ਹੈ ਨਾ। ਸੋ ਬੈਂਕਿੰਗ ਦੇ ਵਿੱਚ ਆਪਾਂ ਸਾਰਾ ਕੁਝ ਸਮਝ ਲਿਆ ਸੀਗਾ ਕਿ ਜਿਵੇਂ RBI ਦਾ ਬੈਂਕ ਹੁੰਦਾ ਹੈ ਨਾ, ਵੀ ਉਹ ਕੀ ਕੁਛ ਕਰਦਾ ਹੈ, ਸਾਰਾ ਕੁਝ ਸਮਝ ਲਿਆ ਸੀਗਾ, ਹੈ ਨਾ। ਉਸ ਤੋਂ ਬਾਅਦ ਫਿਰ ਆਪਾਂ ਦੇਖਿਆ ਸੀਗਾ ਵੀ ਇੱਥੇ ਕੰਪਨੀਆਂ ਦੇਖਦੇ ਹਾਂ ਵੀ ਕੀ ਕੰਪਨੀਆਂ ਦਾ ਕੀ ਰੋਲ ਹੁੰਦਾ, ਹੈ ਨਾ। ਸੋ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਮਹਾਰਤਨ ਕੰਪਨੀਆਂ ਕਿਹੜੀਆਂ ਹੁੰਦੀਆਂ ਨੇ। ਓਕੇ, ਸੋ ਮਹਾਰਤਨ ਕੰਪਨੀਆਂ ਉਹ ਹੁੰਦੀਆਂ ਨੇ ਜਿਵੇਂ ਦੇਸ਼ ਦੇ ਵਿੱਚ ਮੰਨ ਲਓ ਕੋਈ ਵੀ ਕੰਪਨੀ ਹੈ, ਉਹਦਾ ਮੰਨ ਲਓ ਸਰਕਾਰ ਨੇ ਕਹਿ ਤਾ ਮੰਨ ਲਓ ਕਿ 25,000 ਕਰੋੜ ਰੁਪਈਆ, ਠੀਕ ਹੈ, ਜਿਹਦੀ ਜਿਹੜੀ ਕਮਾਈ ਹੈ ਨਾ, ਜਿਹੜੀ ਸੇਲ ਆ ਉਹਦੀ 25,000 ਕਰੋੜ ਤੋਂ ਵੱਧ ਗਈ, ਅਸੀਂ ਉਹਨੂੰ ਕਹਿੰਦੇ ਕਿ ਮਹਾਰਤਨ ਹੈ। ਮਤਲਬ ਰਤਨ ਇੱਕ ਮਹਾਰਤਨ ਹੈ ਨਾ। ਸੋ ਇਹਨੂੰ ਕੀ ਕਹਿ ਦਾਂਗੇ ਆਪਾਂ ਕਿ ਇਹ ਮਹਾਰਤਨ ਕੰਪਨੀਆਂ ਬਣ ਗਈਆਂ। ਓਕੇ, ਸੋ ਇਹਦਾ ਮਤਲਬ ਤੁਸੀਂ ਸਮਝ ਗਏ ਹੋਗੇ ਕਿ ਜੇਕਰ ਸਰਕਾਰ ਨੇ ਆਪਣੀ ਜਿੰਨਾ ਵੀ ਤੁਸੀਂ ਰੱਖਿਆ ਕਿ ਮਤਲਬ ਇਹਦਾ ਮਤਲਬ ਇਹ ਹੋਗਾ ਕਿ ਬਹੁਤ ਵੱਡੀ ਕੰਪਨੀ ਹੋ ਗਈ ਇਹ। ਸੋ ਸਰਕਾਰ ਨੇ 2009 ਅਤੇ 2010 ਦੇ ਏਡ ਗੇੜ ਵਿੱਚ ਸ਼ੁਰੂ ਕੀਤਾ ਸੀਗਾ, ਠੀਕ ਹੈ, 2009 ਤੋਂ 2010 ਦੇ ਵਿੱਚ, ਠੀਕ ਹੈ। ਸੋ ਇਹਨਾਂ ਦੀ ਜਿਹੜੀ ਆਮਦਨ ਆ ਸਰਕਾਰ ਦੁਆਰਾ ਨਿਸ਼ਚਿਤ ਕੀਤੀ ਤੋਂ ਉੱਪਰ ਹੋ ਜਾਂਦੀ ਹੈ। ਸੋ ਉਹਨਾਂ ਨੂੰ ਫਿਰ ਇਹ ਕਿਹਾ ਜਾਂਦਾ ਹੈ, ਮਹਾਰਤਨ ਕਿਹਾ ਜਾਂਦਾ। ਓਕੇ, ਜੇ ਮੰਨ ਲਓ ਮੇਰੀ ਕੰਪਨੀ ਆ, ਹੁਣ ਮੰਨ ਲਓ ਮੇਰੀ ਕੰਪਨੀ ਆ ਵੀ ਛੋਲੇ ਭਟੂਰੇ ਬਣਾਉਂਦੀ ਹੈ। ਓਕੇ, ਸੋ ਮੇਰੀ ਕਮਾਈ ਸਾਰੀ ਸਾਲ ਦੀ 2 ਲੱਖ ਹੈ। ਸੋ ਇਹ ਮਹਾਰਤਨ ਥੋੜ੍ਹਾ ਹੋਊਗੀ। ਸੋ ਸਰਕਾਰ ਨੇ ਕਿਹਾ ਕਿ ਘੱਟੋ ਘੱਟ ਵੀ ਵੱਡੇ ਕੰਪਨੀਆਂ ਹੋਣ, ਹੈ ਨਾ। ਸੋ ਮਹਾਰਤਨ ਕੰਪਨੀਆਂ ਜਿਵੇਂ ਦੇਖੋ ਵੀ 2009 ਤੋਂ ਸ਼ੁਰੂਆਤ ਕੀਤੀ ਸੀਗੀ। ਔਰ ਦੇਖੋ ਇੱਕ ਮਿੰਟ, ਮੈਂ ਇੱਥੇ ਨਾ ਇੱਕ ਮਿੰਟ, ਇਹਨੂੰ ਤੁਸੀਂ ਨਾ ਦੇਖੋ, ਇੱਥੇ ਦੇਖੋ ਨੈਕਸਟ ਸਲਾਈਡ ਦੇਖੋ, ਇਹਦੀ ਨਾ ਅੱਜ ਦੀ ਡੇਟ ਵਿੱਚ 10 ਹੋ ਗਈ ਹੈ, ਠੀਕ ਹੈ। ਸੋ 10 ਕੰਪਨੀਆਂ ਹੋ ਗਈਆਂ ਵੀ ਜਿਨ੍ਹਾਂ ਨੂੰ ਮਿਲਿਆ ਹੋਇਆ ਟੈਗ ਕਿਹਦਾ, ਮਹਾਰਤਨ ਕੰਪਨੀ ਦਾ ਟੈਗ ਮਿਲਿਆ ਹੋਇਆ। ਓਕੇ, ਸੋ ਇੱਥੇ ਫਿਰ ਮੈਂ ਥੋੜ੍ਹਾ ਇੱਥੇ ਨਾ ਸ਼ੋਰਟ ਹੋ ਗਿਆ ਸੀਗਾ, ਮੈਂ ਕਿਹਾ ਚਲੋ ਇੱਕੇ ਪੇਜ 'ਤੇ ਮੈਂ ਤੁਹਾਨੂੰ ਦੱਸ ਦੇਣਾ ਸਾਰਾ ਕੁਛ, ਹੈ ਨਾ। ਸੋ ਇੱਕੇ ਪੇਜ 'ਤੇ ਤੁਹਾਨੂੰ ਮੈਂ ਕੰਪਨੀ ਦੇ ਨਾਮ ਲਿਖਤੇ। ਸੋ ਇਹ ਕੰਪਨੀਆਂ ਨੇ, ਜੇਕਰ ਤੁਸੀਂ ਇੰਗਲਿਸ਼ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਆਹ ਦੇਖੋ, ਆਹ ਇੰਗਲਿਸ਼ 'ਚ ਪਈਆਂ ਨੇ। ਜਿਵੇਂ ਮੰਨ ਲਓ ਦੇਖੋ ਵੀ ਕਿਹੜੀ ਕੰਪਨੀ ਹੋਗੀ, ਜਿਵੇਂ ਵੀ ਨੈਸ਼ਨਲ ਥਰਮਲ ਪਾਵਰ ਪਲਾਂਟ ਹੈ, ਤੇਲ ਅਤੇ ਕੁਦਰਤੀ ਗੈਸ ਕੰਪਨੀ ਹੈ, ਇੱਕ ਸੇਲ ਹੈ ਨਾ, ਭਾਰਤੀ ਹੈਵੀ ਇੰਡਸਟਰੀ ਲਿਮਟਿਡ ਹੈ, ਇੰਡੀਅਨ ਕੰਪਨੀਆਂ ਦੇ ਨਾਮ ਨੇ। ਬਸ ਇਹ ਯਾਦ ਰੱਖਣੇ, ਤੁਸੀਂ ਇਹ ਯਾਦ ਰੱਖਣੇ ਹੈ। ਸੋ ਤੁਹਾਨੂੰ ਇਸ ਵਿੱਚ ਕੁਐਸਚਨ ਬਣੂਗਾ ਕਿ ਦੱਸੋ ਵੀ ਕਿਹੜੀ ਕੰਪਨੀ ਮਹਾਰਤਨ ਨਹੀਂ ਹੈਗੀ, ਹੈ ਨਾ। ਆਹ ਗੇਲ ਹੋ ਗਈ, ਆਹ ਭਾਰਤੀ ਪੈਟਰੋਲੀਅਮ ਵਾਲੀ ਹੋ ਗਈ, ਆਹ ਪਾਵਰ ਗ੍ਰਿਡ ਜਿਹੜੀ ਆਪਾਂ ਨੂੰ ਪਾਵਰ ਗ੍ਰਿਡ ਮਤਲਬ ਜਿਹੜੇ ਬਿਜਲੀ ਵਾਸਤੇ ਸਮਾਨ ਦਿੰਦੇ ਨੇ, ਆਹ ਕੋਲ ਇੰਡੀਆ ਹੋ ਗਈ ਜਿਹੜਾ ਕੋਲਾ ਪੈਦਾ ਕਰਦੀ ਹੈ ਕੱਢਦੀ ਹੈ, ਹੈ ਨਾ। ਸੋ ਗੈਸ ਅਥਾਰਟੀ ਹੋ ਗਈ। ਸੋ ਇਸ ਕਰਕੇ ਵੀ ਜਿੰਨੀਆਂ ਵੀ ਕੰਪਨੀਆਂ ਨੂੰ ਇਹਨਾਂ ਦੀ ਕਮਾਈ ਨਾ 25,000 ਕਰੋੜ ਤੋਂ ਮੰਨ ਲਓ ਵੱਧ ਹੈ ਇਹਨਾਂ ਦੀ ਕਮਾਈ, ਮਤਲਬ ਜਿੰਨੀ ਵੀ ਇਹਨਾਂ ਨੇ ਨਿਸ਼ਚਿਤ ਕੀਤੀ ਸੀਗੀ ਇੱਕ ਟਾਈਮ ਦੇ ਵਿੱਚ ਸਰਕਾਰ ਨੇ ਨਿਸ਼ਚਿਤ ਕੀਤਾ ਸੀਗਾ, ਇਹਨਾਂ ਦੀ ਜਿਹੜੀ ਆਮਦਨ ਆ ਵੱਧ ਗਈ ਹੈ। ਸੋ ਇਹਨੂੰ ਕਹਿੰਦੇ ਨੇ ਮਹਾਰਤਨ। ਹੁਣ ਦੇਖੋ ਇੱਥੇ ਕੁਐਸਚਨ ਬਣਨਾ ਮੋਸਟ ਇੰਪੋਰਟੈਂਟ ਹੈ, ਇਹ ਇੱਕ ਬਣਨਾ ਬੈਂਕਿੰਗ ਤੋਂ ਬਣਨਾ ਹੈ। ਓਕੇ, ਸੋ ਇਹ ਤੁਸੀਂ ਧਿਆਨ ਰੱਖਣਾ ਹੈ। ਸੋ ਅੱਗੇ ਆਪਣਾ ਆ ਗਿਆ ਨੈਕਸਟ ਟੌਪਿਕ, ਜਿਹਨੂੰ ਬੋਲਦੇ ਨੇ ਵਿੱਤੀ ਆਯੋਗ। ਵਿੱਤੀ ਦਾ ਮਤਲਬ ਤੁਹਾਨੂੰ ਮੈਂ ਦੱਸਿਆ ਸੀਗਾ, ਵਿੱਤ ਹੁੰਦਾ ਪੈਸਾ, ਹੈ ਨਾ, ਵਿੱਤ। ਅੱਛਾ, ਏਸੀ ਵਿੱਤ ਸਕੱਤਰ ਜਿਹੜਾ ਮੈਂ ਦੱਸਿਆ ਸੀਗਾ ਉਹਦੇ ਸਾਈਨ ਕਿੱਥੇ ਹੁੰਦੇ ਆ, ਉਹ 1 ਰੁਪਈਏ ਦੇ ਨੋਟ ਦੇ ਉੱਤੇ ਸਾਈਨ ਹੁੰਦੇ ਨੇ, ਯਾਦ ਰੱਖਣਾ ਹੈ। 1 ਰੁਪਈਏ ਤੋਂ ਵੱਧ ਜਿੰਨਾ ਵੀ ਨੋਟ ਛਾਪੂਗੀ ਉਹ ਨੋਟ ਦੇ ਉੱਪਰ ਸਾਈਨ RBI ਦੇ ਗਵਰਨਰ ਦੇ ਸਾਈਨ ਹੋਣਗੇ। ਓਕੇ, ਸੋ ਗਵਰਨਰ ਦੀ ਜਿਹੜੀ ਟਰਮ ਹੈ ਉਹ ਕਿੰਨੀ ਹੋਊਗੀ, ਉਹ 3 ਸਾਲ ਆਪਾਂ ਪੜ੍ਹ ਰੱਖੀ ਹੈ। ਓਕੇ, ਗੱਲ ਯਾਦ ਰੱਖਣੀਆਂ ਨੇ ਤੁਸੀਂ। ਜਿਹੜਾ ਬੈਂਕ ਆ ਉਹ RBI, ਉਹ ਸਾਰੇ ਬੈਂਕਾਂ ਨੂੰ ਪੈਸਾ ਸਪਲਾਈ ਕਰਦਾ ਹੈ, ਉਹ ਉਧਾਰ ਦਿੰਦਾ ਹੈ, ਮਹਿੰਗਾਈ 'ਤੇ ਕੰਟਰੋਲ ਕਰਦਾ ਹੈ, ਠੀਕ ਹੈ। ਇਹ ਗੱਲਾਂ ਤੁਸੀਂ ਕਾਪੀ 'ਤੇ ਲਿਖ ਕੇ ਰੱਖ ਲਿਆ ਕਰੋ, ਜੇਕਰ ਤੁਹਾਨੂੰ ਭੁੱਲਦੀਆਂ ਤਾਂ ਇਹੀ ਕੁਐਸਚਨ ਤੁਹਾਨੂੰ ਬਣਨੇ ਨੇ।
ਸੋ ਦੇਖੋ ਇਹ ਸੰਵਿਧਾਨ ਦੇ ਆਰਟੀਕਲ ਜਿਹਨੂੰ ਬੋਲਦੇ ਨੇ ਅਨੁਛੇਦ ਨੰਬਰ 280 ਵਿੱਚ ਲਿਖਿਆ ਹੋਇਆ ਵੀ ਇੱਕ ਵਿੱਤ ਆਯੋਗ ਬਣੇਗਾ, ਠੀਕ ਹੈ, ਜਿਹੜਾ ਕੀ ਕਰੂਗਾ ਹਰ 5 ਸਾਲ ਬਾਅਦ, ਠੀਕ ਹੈ, 5 ਸਾਲ ਬਾਅਦ ਨਵਾਂ ਬਣਾਇਆ ਜਾਊਗਾ। ਰਾਸ਼ਟਰਪਤੀ ਉਹਨੂੰ ਬਣਾਉਂਦਾ ਹੈ। ਰਿਪੋਰਟ ਜਿਹੜੀ ਰਾਸ਼ਟਰਪਤੀ ਨੂੰ ਪੇਸ਼ ਕਰਨੀ ਪੈਂਦੀ ਹੈ ਕਿੰਨਾ ਕਿੰਨਾ ਕਰਕੇ, ਕਿ ਇੱਕ ਤਾਂ ਤੁਸੀਂ ਵੀ ਜਿਹੜੇ ਆਪਣੇ ਕਰ ਹੁੰਦਾ ਟੈਕਸ, ਵੀ ਜਿਹੜਾ ਵੀ ਟੈਕਸ ਸਾਰੇ ਪਾਸੇ ਇਕੱਠਾ ਹੋਇਆ ਤੁਸੀਂ ਇੱਕ ਤਾਂ ਇਹਨੇ ਸਾਂਭਣਾ, ਇਹਨੇ ਦੱਸਣਾ, ਠੀਕ ਹੈ। ਇਹਦਾ ਕੰਮ ਦੇਖੋ ਕੀ ਹੈ ਕਿ ਇੱਕ ਤਾਂ ਵੀ ਕਿੰਨਾ ਪੈਸਾ ਆਪਣੇ ਕੋਲ ਟੈਕਸ 'ਚ ਆ ਗਿਆ ਇਹ ਰੱਖਣਾ ਹੈ, ਔਰ ਕਿੰਨਾ ਪੈਸਾ ਇਹਨਾਂ ਨੇ ਦੇਤਾ ਕਿਹਨੂੰ, ਰਾਜਾਂ ਨੂੰ ਦੇਤਾ। ਰਾਜਾਂ ਨੂੰ ਕੇਂਦਰ ਤੋਂ ਮਿਲਣ ਵਾਲੀਆਂ ਸਹਾਇਤਾ ਸੰਬੰਧੀ ਨਿਯਮ ਜਿਹੜੇ ਬਣਨੇ ਨੇ ਉਹ ਇਹਨਾਂ ਨੇ ਬਣਾਉਣੇ ਨੇ। ਸੋ ਕੇਂਦਰ ਅਤੇ ਰਾਜਾਂ ਵਿਚਕਾਰ ਕੋਈ ਵੀ ਨਵਾਂ ਮੰਨ ਲਓ ਕਿ ਹੋਰ ਕੰਮ ਵਾਸਤੇ ਪੈਸੇ ਚਾਹੀਦੇ ਨੇ ਜਾਂ ਕੋਈ ਸਬੰਧ ਵਾਸਤੇ, ਹੈ ਨਾ, ਸੋ ਸਾਰੇ ਪੈਸੇ ਦਾ ਜਿਹੜਾ ਜਿਹਨੂੰ ਬੋਲਦੇ ਨੇ ਵੀ ਬਾਪੂ ਜੀ ਇਹਨੇ ਦੱਸਣਾ ਆਪਾਂ ਨੂੰ ਵੀ ਕਿੰਨਾ ਪੈਸਾ ਕਿੱਧਰ ਆਇਆ। ਦੇਖੋ ਇਹਨੇ ਕਹਿ ਦੇਣਾ ਵੀ ਦੇਖੋ ਵੀ 100 ਰੁਪਏ ਇਕੱਠਾ ਹੋਇਆ, ਠੀਕ ਹੈ, ਟੈਕਸ ਦਾ, ਮੈਂ ਵੀ ਤੁਸੀਂ ਦੱਸੋ ਵੀ ਮੈਂ 50 ਰੁਪਏ ਟੈਕਸ ਦੇਤੇ ਉਹਨਾਂ ਨੂੰ, ਕਿਹਨੂੰ, ਸਟੇਟਾਂ ਨੂੰ ਦੇਤੇ ਵੀ ਤੁਸੀਂ ਸੜਕਾਂ ਬਣਾ ਲਓ ਜਾਂ ਜਿਹੜੇ ਫੰਡ ਮਿਲਦੇ ਨੇ, ਹੈ ਨਾ, ਕੇਂਦਰ ਸਰਕਾਰ ਤੋਂ। ਇਹਨਾਂ ਨੇ ਕੋਈ 10-20 ਰੁਪਏ ਇਹਨਾਂ ਨੇ ਮੰਨ ਲਓ 20 ਰੁਪਏ ਇਹਨਾਂ ਨੇ ਤਨਖਾਹਾਂ 'ਤੇ ਲਾਤੇ, 10 ਰੁਪਏ ਇਹਨਾਂ ਨੇ ਕੋਈ ਹੋਰ ਪਾਸੇ ਲਾਤੇ, ਹੈ ਨਾ। ਸੋ ਇਸ ਕਰਕੇ ਇਹਨੂੰ ਬੋਲਦੇ ਨੇ, ਇਹ ਸਰਕਾਰ ਦਾ ਇੱਕ ਵਿੱਤ ਕਮਿਸ਼ਨ ਬੈਠਦਾ ਜਿਹਨੂੰ ਬੋਲਦੇ ਨੇ ਆਰਟੀਕਲ ਸੰਵਿਧਾਨਿਕ ਇਹ ਬੋਡੀ ਹੈਗੀ ਹੈ, ਓਕੇ। ਸੋ ਉਹਦੇ ਅੰਦਰ ਕੰਮ ਕਰਦਾ ਹੈ। ਸੋ ਵਿੱਤੀ ਆਯੋਗ ਹੈ, ਇੱਕ ਚੇਅਰਮੈਨ ਹੋਊਗਾ ਇਹਦਾ, ਠੀਕ ਹੈ। ਸੋ ਇਹ 4 ਮੈਂਬਰ ਹੋਣਗੇ। ਸੋ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤੇ ਜਾਂਦੇ ਨੇ। ਇਹ ਇੱਕ ਸੰਵਿਧਾਨਿਕ ਅਹੁਦਾ ਹੈ। ਦੇਖੋ ਆਰਟੀਕਲ ਨੰਬਰ ਦੱਸਤਾ ਨਾ 280 ਦੇ ਵਿੱਚ ਹੈਗਾ, ਸੋ ਯਾਦ ਰੱਖਣੀ ਗੱਲ ਇਹ, ਓਕੇ। ਸੋ ਇਸ ਤੋਂ ਬਾਅਦ ਫਿਰ ਆਪਾਂ ਦੇਖਦੇ ਹਾਂ ਵੀ ਦੇਖੋ ਨਿਊ ਟੌਪਿਕ ਹੈ, ਇਹਦੇ ਵਿੱਚੋਂ ਇੱਕ ਕੁਐਸਚਨ ਇਹਦੇ ਵਿੱਚੋਂ ਬਣਨਾ। ਦੇਖੋ 3-4 ਕੁਐਸਚਨ ਬਣਦੇ ਜੇ ਚਾਂਸ ਬਣ ਗਏ ਇੱਥੋਂ ਹੀ ਬਣਨੇ ਨੇ ਕੁਐਸਚਨ, ਧਿਆਨ ਰੱਖਿਓ ਮੇਰੀ ਗੱਲ। ਬਿਲਕੁਲ ਸੌਖੇ ਜਿਹੇ ਕਨਸੈਪਟ ਨੇ, ਕੋਈ ਜ਼ਿਆਦਾ ਕੋਈ ਹੈ ਨਹੀਂ ਗੇ ਇਹਦੇ ਵਿੱਚ। ਸੋ ਆਪਣੇ ਘਰ-ਬਾਰ ਦੀਆਂ ਗੱਲਾਂ ਨੇ ਵੀ ਕਿਵੇਂ ਆਪਾਂ ਖਰਚਾ ਪਾਣੀ ਤੋਰੀ ਫੁਲਕਾ ਤੋਰਨਾ ਹੈ, ਓਕੇ। ਸੋ ਇੱਕ ਟੌਪਿਕ ਇਹਦੇ ਪਿੱਛੋਂ ਰਹਿ ਜਾਊਗਾ ਖੇਤੀਬਾੜੀ ਵਾਲਾ। ਸੋ ਆਪਾਂ ਖੇਤੀਬਾੜੀ ਵਾਲਾ ਟੌਪਿਕ ਕਰ ਲਾਂਗੇ। ਉਸ ਤੋਂ ਬਾਅਦ ਇਕਨੋਮਿਕਸ ਦੇ ਵਿੱਚ ਹੋਰ ਕੁਛ ਨਹੀਂ ਤੁਹਾਨੂੰ ਪੁੱਛਣਗੇ, ਇਹਦੇ ਵਿੱਚੋਂ ਹੀ ਤੁਹਾਨੂੰ ਪੁੱਛ ਲੈਣਗੇ। ਦੇਖੋ 5 ਸਾਲਾ ਯੋਜਨਾ ਕੀ ਹੁੰਦੀ ਹੈ, 5 ਈਅਰ ਪਲਾਨ। ਦੇਖੋ ਜਿਵੇਂ ਤੁਸੀਂ ਪਲਾਨ ਬਣਾ ਲੈਂਦੇ ਹੋ ਵੀ ਜਿਵੇਂ ਮੰਨ ਲਓ ਮੈਂ ਅੱਜ ਦਾ ਸ਼ਡਿਊਲ ਹੈ ਮੇਰਾ, ਅੱਜ ਮੈਂ ਸੁਬਾਹ ਉੱਠੂਗੀ ਜਾਂ ਉੱਠਾਂਗਾ, ਓਕੇ। ਸੋ ਆਪ ਤੋਂ ਪਹਿਲਾਂ ਵੀ ਮੈਂ ਇੱਕ ਪੋਲਿਟੀ ਜਿਹੜੀ ਹੈਗੀ ਹੈ ਮੈਂ ਖ਼ਤਮ ਕਰ ਦੂੰਗਾ। ਇਹ ਫਿਰ ਮੈਂ SST ਦੇ ਵਿੱਚ MCQ ਸੀਰੀਜ਼ ਦੇਖਾਂਗਾ, ਠੀਕ ਹੈ, ਬਾਅਦ ਵਿੱਚ ਮੈਥ ਦੇ ਕੁਐਸਚਨ ਦੇਖਾਂਗਾ, ਹੈ ਨਾ। ਸੋ ਇੱਕ ਤੁਹਾਡਾ ਸ਼ਡਿਊਲ ਬਣ ਗਿਆ ਜਿਹਨੂੰ ਬੋਲਦੇ ਨੇ ਆਪਾਂ ਪਲਾਨ ਬੋਲਦੇ ਨੇ, ਹੈ ਨਾ। ਸੋ ਸਰਕਾਰ ਵੀ ਇੱਕ ਸਿਆਣੀ ਹੈ ਵੀ ਉਹ 5 ਸਾਲਾਂ ਦਾ ਇੱਕ ਪਲਾਨ ਲੈਂਦੀ ਹੈ ਕਿ 5 ਸਾਲਾਂ ਦੇ ਵਿੱਚ ਆਪਾਂ ਵੀ 2000 ਕਿਲੋਮੀਟਰ ਅਸੀਂ ਸੜਕਾਂ ਨਵੀਆਂ ਬਣਾਵਾਂਗੇ, ਅਸੀਂ 5000 ਸਕੂਲਾਂ ਦੇ ਵਿੱਚ ਰੈਨੋਵੇਸ਼ਨ ਕਰਾਂਗੇ, ਅਸੀਂ ਇਹ ਕਰਾਂਗੇ ਉਹ ਕਰਾਂਗੇ। ਮਤਲਬ ਕਿ ਪਲਾਨ ਨੇ 5 ਸਾਲਾਂ ਦੇ ਪਲਾਨ ਨੂੰ ਬੋਲਦੇ ਨੇ 5 ਸਾਲਾ ਯੋਜਨਾ। ਔਰ ਪ੍ਰਧਾਨ ਮੰਤਰੀ ਦਾ ਚੇਅਰਮੈਨ ਹੁੰਦਾ, ਹੈ ਨਾ। ਸੋ ਇਸ ਨੂੰ ਹਟਾ ਕੇ ਹੁਣ ਨੀਤੀ ਆਯੋਗ ਬਣਾਤਾ ਪ੍ਰਧਾਨ ਮੰਤਰੀ ਨੇ, ਹੈ ਨਾ, ਨੀਤੀ ਆਯੋਗ। ਸੋ ਇਹਨੂੰ ਬੋਲਦੇ ਸੀ ਪਲੈਨਿੰਗ ਕਮਿਸ਼ਨ, ਵੀ ਪਲਾਨ ਬਣਾਉਣਾ ਇਹਨੇ ਵੈਸੇ ਇਕੱਲਾ, ਹੈ ਨਾ। ਸੋ ਪਲਾਨ ਬਣਾਉਣ ਤੋਂ ਬਾਅਦ ਇਹਨੇ ਲਾਗੂ ਕਰਨੇ ਨੇ। ਸੋ ਇਹਦੇ ਵਿੱਚ ਆਪਾਂ ਅੰਤਰ ਵੀ ਪੜਾਂਗੇ। ਹੁਣ ਦੇਖੋ ਵੀ ਪਹਿਲੀ ਜਿਹੜੀ ਯੋਜਨਾ ਉਹ ਕਦੋਂ ਆਈ ਸੀ, ਉਹ ਆਈ ਸੀ, ਇਹ ਦੇਖੋ ਇੱਥੋਂ ਕੁਐਸਚਨ ਬਣਨਾ ਹੁਣ ਵੀ ਤੁਹਾਨੂੰ ਪੁੱਛ ਲੈਣਗੇ ਕਿ ਚੌਥੀ 5 ਸਾਲਾ ਯੋਜਨਾ ਕਦੋਂ ਬਣੀ ਕਿੱਥੇ ਬਣੀ, ਹੈ ਨਾ। ਸੋ ਇਹ ਚੀਜ਼ ਯਾਦ ਰੱਖਣੀ ਹੈ। ਔਰ ਤੁਸੀਂ ਇੱਕ ਨਿੱਕਾ ਜਿਹਾ ਛੋਟਾ ਕੰਮ ਕਰਨਾ ਨਾਲ ਵੀ ਇਹਦਾ ਤੁਸੀਂ ਕੋਸ਼ਿਸ਼ ਕਰਿਓ ਕਿ ਇਹਦੇ ਨਾਲ ਤੁਸੀਂ ਨਾ ਪ੍ਰਧਾਨਾਂ ਦੇ ਨਾਮ ਤੁਸੀਂ ਲਿਖ ਸਕਦੇ ਹੋ ਵੀ ਪਹਿਲੇ ਵਾਰੀ ਕੌਣ ਪ੍ਰਧਾਨ ਸੀ, ਬਸ ਇਹਨਾਂ ਡੀਪ ਜਾਣ ਦੀ ਲੋੜ ਨਹੀਂ ਹੈਗੀ, ਹੈ ਨਾ। ਸੋ ਜਦੋਂ ਪੇਪਰ ਥੋੜ੍ਹਾ ਔਖਾ ਪੈ ਗਿਆ ਫਿਰ ਹੋ ਸਕਦਾ ਪੁੱਛ ਲੈਣ, ਠੀਕ ਹੈ। ਸੋ ਦੇਖੋ ਪਹਿਲੀ 5 ਸਾਲਾ ਯੋਜਨਾ ਕਦੋਂ ਬਣੀ ਹੈ, ਇੱਥੇ ਹੈਗਾ 1951 ਤੋਂ ਲੈ ਕੇ 56 ਤੱਕ, ਓਕੇ। ਸੋ ਦੂਜੀ ਵਿੱਚ ਕੀ ਹੋਇਆ 1956 ਤੋਂ 61, ਫਿਰ 61 ਤੋਂ 65। ਫਿਰ ਦੇਖੋ ਆਹ ਚੀਜ਼ ਇੰਪੋਰਟੈਂਟ ਹੈ ਜਿਹਨੂੰ ਬੋਲਦੇ ਨੇ ਹੋਲੀਡੇ ਪਲਾਨ। ਹੋਲੀਡੇ ਪਲਾਨ ਕਿਉਂ ਬੋਲਦੇ ਨੇ, ਕਿਉਂਕਿ ਇਹਦੇ ਵੇਲੇ ਭੁੱਖਮਰੀ ਆ ਗਈ ਸੀ ਜਦੋਂ ਹਰੀ ਕ੍ਰਾਂਤੀ ਆਈ ਹੈ 1967 ਦੇ ਵਿੱਚ 66 ਵਿੱਚ, ਹੈ ਨਾ। ਸੋ ਉਸ ਵੇਲੇ ਇਹਨਾਂ ਨੂੰ ਵੀ 1966 ਤੋਂ ਲੈ ਕੇ 69 ਤੱਕ ਵੀ ਹੋਲੀਡੇ ਨੇ, ਮਤਲਬ ਕੋਈ ਇਹਨਾਂ ਕੋਲੇ ਵੀ ਮੌਕਾ ਨਹੀਂ ਮਿਲਿਆ ਇਹਨਾਂ ਨੂੰ ਵੀ ਪਲਾਨ ਵਗੈਰਾ ਬਣਾਉਣ ਦਾ, ਹੈ ਨਾ। ਸੋ ਇਹ ਤੁਸੀਂ ਗੱਲ ਯਾਦ ਰੱਖਣੀ ਹੈ। ਸੋ ਇਸ ਤੋਂ ਬਾਅਦ ਫਿਰ ਇਹਨਾਂ ਨੇ ਪਲਾਨ ਕਦੋਂ ਬਣਿਆ ਇਹਨਾਂ ਦਾ, ਉਦੋਂ ਪਲਾਨ ਬਣਿਆ 1969-74। ਤੁਸੀਂ ਯਾਦ ਰੱਖਣੇ ਨੇ ਵੀ ਗਰੀਬ ਹਟਾਓ ਦਾ ਨਾਰਾ ਕਿਸ ਨੇ ਦਿੱਤਾ, ਇੰਦਰਾ ਗਾਂਧੀ ਨੇ। ਕਦੋਂ ਦਿੱਤਾ ਸੀਗਾ ਜੀ, ਪੰਜਵੀਂ 5 ਸਾਲਾ ਯੋਜਨਾ ਵਿੱਚ ਦਿੱਤਾ ਹੈ, ਠੀਕ ਹੈ। ਜਿਹੜਾ 1990 ਤੋਂ 92 ਤੱਕ ਇਹ ਹਰ ਸਾਲ ਯੋਜਨਾ ਕਿਉਂ ਆਈ, ਕਿਉਂਕਿ ਇਹ ਨਵੀਂ ਨੀਤੀ ਆ ਗਈ ਸੀਗੀ, ਠੀਕ ਹੈ, ਜਿਹਦੇ ਵਿੱਚ ਉਦਾਰੀਕਰਨ ਅਤੇ ਸਾਰਾ ਕੁਛ ਵਿੱਚ ਮਿਕਸ ਕੀਤਾ ਗਿਆ ਸੀ, ਹੈ ਨਾ। ਸੋ ਨਵੀਂ ਨੀਤੀ ਕਦੋਂ ਆਈ ਸੀ ਆਪਣੀ 1991 ਦੇ ਵਿੱਚ, ਹੈ ਨਾ, ਜਦੋਂ ਇਹਨਾਂ ਨੇ 3 ਪ੍ਰਾਈਵੇਟੇਸ਼ਨ, ਠੀਕ ਹੈ, ਪ੍ਰਾਈਵੇਟੇਸ਼ਨ, ਗਲੋਬਲਾਈਜੇਸ਼ਨ, ਇਹ ਚੀਜ਼ਾਂ ਇਹਨਾਂ ਨੇ ਐਂਟਰ ਕੀਤੀਆਂ ਸੀਗੀਆਂ ਵੀ ਚੀਜ਼ਾਂ ਨੂੰ ਪ੍ਰਾਈਵੇਟ ਕਰਨਾ ਹੈ, ਚੀਜ਼ਾਂ ਨੂੰ ਗਲੋਬਲ ਕਰਨਾ ਹੈ। ਗਲੋਬਲ ਮਤਲਬ ਹੁੰਦਾ ਵੀ ਕਿ ਦੁਨੀਆ ਵਿੱਚ ਜਾ ਕੇ ਵੇਚੋ ਤੁਸੀਂ ਚੀਜ਼ਾਂ ਨੂੰ, ਠੀਕ ਹੈ। ਪ੍ਰਾਈਵੇਟ ਵੀ ਕਰਤਾ ਸੀ ਵੀ ਤੁਸੀਂ ਪ੍ਰਾਈਵੇਟ ਵੀ ਵੇਚ ਸਕਦੇ ਹੋ ਜਾਂ ਕੁਛ ਵੀ ਵਪਾਰ ਕਰਨਾ ਹੈ। ਸੋ ਨੀਤੀ ਇਹਨਾਂ ਨੇ ਬਣਾਈ ਸੀ ਵੀ ਜਿਸ ਕਰਕੇ ਆਪਣਾ ਵਪਾਰ ਜਿਹੜਾ ਬਹੁਤ ਵੱਡੇ ਲੈਵਲ 'ਤੇ। ਉਸ ਵੇਲੇ ਆਪਣਾ ਵਿੱਤ ਮੰਤਰੀ ਕੌਣ ਸੀਗਾ, ਜਿਹਨੂੰ ਖਜ਼ਾਨਾ ਮੰਤਰੀ ਬੋਲਦੇ ਨੇ, ਉਹ ਸੀਗਾ ਡਾਕਟਰ ਮਨਮੋਹਨ ਸਿੰਘ, ਓਕੇ। ਸੋ ਡਾਕਟਰ ਮਨਮੋਹਨ ਸਿੰਘ ਸੀਗਾ। ਸੋ ਉਸ ਤੋਂ ਬਾਅਦ ਫਿਰ ਜਿਹੜੀਆਂ ਆਹ ਨੀਤੀਆਂ ਨੇ ਤੁਸੀਂ ਯਾਦ ਰੱਖਣੀਆਂ ਨੇ, ਇਹਦੇ ਵਿੱਚ ਕੋਈ ਵੱਡਾ ਚੌੜਾ ਪੁਆਇੰਟ ਨਹੀਂ ਹੈਗਾ। ਸੋ ਨੀਤੀ ਆਯੋਗ ਜਿਹੜਾ ਕਦੋਂ ਬਣਿਆ ਸੀਗਾ 1 ਜਨਵਰੀ 2015, ਇਹ ਤੁਸੀਂ ਗੱਲ ਯਾਦ ਰੱਖਣੀ ਹੈ, ਠੀਕ ਹੈ। ਨੀਤੀ ਆਯੋਗ ਕਦੋਂ ਬਣਾਇਆ ਗਿਆ 1 ਜਨਵਰੀ 2015 ਦੇ ਵਿੱਚ। ਇਹਨੂੰ ਇਹਨਾਂ ਨੇ ਭੰਗ ਕਰਤਾ ਸੀਗਾ। ਔਰ ਕੋਈ ਸੰਵਿਧਾਨਿਕ ਬੋਡੀਆਂ ਨਹੀਂ ਹੈਗੀਆਂ।
ਪਰ ਇਹਨਾਂ ਵਿੱਚ ਇੱਕ ਨਿੱਕਾ ਜਿਹਾ ਫਰਕ ਹੈ ਕਿ ਇਹ ਸਿਰਫ ਤੇ ਸਿਰਫ ਇੱਕ ਥਿੰਕ ਟੈਂਕ ਹੈ, ਮਤਲਬ ਕਿ ਇੱਕ ਸਿਰਫ ਇਹ ਸਲਾਹ ਦੇ ਸਕਦਾ, ਠੀਕ ਹੈ। ਪਰ ਇਹ ਕੀ ਕਰਦਾ ਸੀਗਾ, ਇਹ ਪਲਾਨ ਬਣਾ ਕੇ ਨੀਤੀ ਨੂੰ ਲਾਗੂ ਵੀ ਕਰਦਾ ਸੀਗਾ। ਨੀਤੀ ਮਤਲਬ ਪੋਲਿਸੀ, ਇਹ ਪੋਲਿਸੀ ਨੂੰ ਲਾਗੂ ਵੀ ਕਰਦਾ ਸੀਗਾ, ਪਰ ਇਹ ਸਿਰਫ ਤੇ ਸਿਰਫ ਸਲਾਹ ਦਿੰਦਾ ਹੈ। ਸੋ ਦੋਨਾਂ ਦੇ ਪ੍ਰਧਾਨ ਮੰਤਰੀ ਚੇਅਰਮੈਨ ਨੇ, ਠੀਕ ਹੈ, ਮਤਲਬ ਦੋਨੇ ਨੇ ਪ੍ਰਧਾਨ ਮੰਤਰੀ ਜਿਹਨੂੰ ਬੋਲਦੇ ਨੇ ਐਕਸ ਅਫੀਸ਼ੀਓ। ਐਕਸ ਅਫੀਸ਼ੀਓ ਦਾ ਮਤਲਬ ਹੁੰਦਾ ਹੈ ਕਿ ਇੱਕ ਬੰਦਾ ਦੋ ਅਹੁਦਿਆਂ 'ਤੇ ਬੈਠਾ ਹੋਵੇ, ਓਕੇ। ਸੋ ਇੱਕ ਬੰਦਾ ਦੋ ਅਹੁਦਿਆਂ 'ਤੇ ਬੈਠਣ ਨੂੰ ਕੀ ਬੋਲਦੇ ਨੇ, ਐਕਸ ਅਫੀਸ਼ੀਓ। ਅੱਛਾ, ਇਹ ਇੱਕ ਬੰਦਾ ਹੋਰ ਕਰਾਇਆ ਸੀ ਤੁਹਾਨੂੰ ਨਾਗਰਿਕ ਸ਼ਾਸਤਰ ਵਿੱਚ, ਯਾਦ ਕਰੋ, ਸ਼ਾਬਾਸ਼ ਸ਼ਾਬਾਸ਼, ਵੈਰੀ ਗੁੱਡ। ਰਾਜ ਸਭਾ ਦਾ ਜਿਹੜਾ ਚੇਅਰਮੈਨ ਸੀਗਾ ਨਾ, ਉਹ ਐਕਸ ਅਫੀਸ਼ੀਓ ਕੌਣ ਹੁੰਦਾ ਭਾਈ ਸਾਹਿਬ ਜੀ, ਉਹ ਹੁੰਦਾ ਜੀ ਉਪ ਰਾਸ਼ਟਰਪਤੀ, ਠੀਕ ਹੈ। ਕੱਲ੍ਹ ਤੁਹਾਨੂੰ ਜਲਵੇ ਮਿਲਣਗੇ ਉਪ ਰਾਸ਼ਟਰਪਤੀ ਦੇ, ਠੀਕ ਹੈ। ਇਹ ਦੋ ਬੰਦੇ ਹੁੰਦੇ ਨੇ ਜਿਹੜੇ ਐਕਸ ਅਫੀਸ਼ੀਓ ਹੁੰਦੇ ਨੇ, ਵੀ ਉਹ ਉਪ ਰਾਸ਼ਟਰਪਤੀ ਹੀ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ ਨਾ। ਸੋ ਇਹ 5 ਸਾਲ ਦੀ ਟਰਮ ਹੁੰਦੀ ਹੈ। ਉਪ ਰਾਸ਼ਟਰਪਤੀ ਬਣਨ ਲਈ 35 ਸਾਲ ਦੀ ਉਮਰ ਚਾਹੀਦੀ ਹੈ। ਸੋ ਇਹ ਗੱਲਾਂ ਆਪਾਂ ਉੱਥੇ ਕਰਾਂਗੇ, ਓਕੇ। ਸੋ ਦੇਖੋ ਹੁਣ ਹਰੀ ਕ੍ਰਾਂਤੀ ਦੇਖੋ ਕੀ ਹੁੰਦੀ ਹੈ। ਦੇਖੋ ਹੁਣ ਤੁਸੀਂ ਇਹ ਗੱਲ ਰੱਖੋ ਕਿ ਇੱਥੋਂ ਤੁਹਾਡਾ ਕੁਐਸਚਨ ਬਣਨਾ ਹੀ ਬਣਨਾ ਹੈ, ਓਕੇ। ਸੋ ਪਲੈਨਿੰਗ ਕਮਿਸ਼ਨ ਦਾ ਮਤਲਬ ਕੀ ਹੁੰਦਾ, ਪਲਾਨ ਕਰਨੇ ਨੇ, ਨੀਤੀ ਉਹਦਾ ਵੀ ਕੰਮ ਇਹੀ ਹੈ। ਪਰ ਇਹ ਪ੍ਰਧਾਨ ਮੰਤਰੀ ਦੇਖੋ ਮੋਦੀ ਹੈ, ਕੁਝ ਵੀ ਕਰ ਸਕਦਾ ਹੈ, ਆਪਦੀ ਮਰਜ਼ੀ ਨਾਲ ਬਦਲਤਾ, ਬਸ ਕਹਿੰਦਾ ਮੇਰੇ ਕੋਲ ਪਾਵਰ ਹੈ ਨਾ, ਹੋਰ ਕੋਈ ਚੱਕਰ ਨਹੀਂ ਹੈ, ਕੰਮ ਉਹੀ ਹੈ, ਓਕੇ। ਹੁਣ ਦੇਖੋ ਹਰੀ ਕ੍ਰਾਂਤੀ ਬਾਰੇ ਆਪਾਂ ਦੇਖਦੇ ਹਾਂ ਵੀ ਹਰੀ ਕ੍ਰਾਂਤੀ ਕਦੋਂ ਆਈ ਸੀਗੀ, 1960 ਵਿੱਚ ਆਈ ਹੈ। ਇੱਥੋਂ ਕੁਐਸਚਨ ਤੁਹਾਡਾ ਬਣਨਾ, ਇੱਥੇ ਲਿਖ ਲਓ ਮੋਸਟ ਇੰਪੋਰਟੈਂਟ, ਵੀ ਫਾਦਰ ਆਫ ਜਿਹਨੂੰ ਬੋਲਦੇ ਨੇ ਗ੍ਰੀਨ ਰੈਵੋਲੂਸ਼ਨ, ਇੱਥੇ ਗ੍ਰੀਨ ਰੈਵੋਲੂਸ਼ਨ ਫਸਾ ਲਿਓ ਵਿੱਚ, ਠੀਕ ਹੈ। ਸੋ ਫਾਦਰ ਆਫ ਗ੍ਰੀਨ ਰੈਵੋਲੂਸ਼ਨ ਐਟ ਵਰਲਡ ਲੈਵਲ 'ਤੇ ਕੌਣ ਸੀਗਾ, ਨੋਰਮਨ ਬੋਰਲੋ, ਠੀਕ ਹੈ, ਠੀਕ ਹੈ, ਬਰਲੋਗ। ਫਾਦਰ ਆਫ ਇੰਡੀਆ ਲੈਵਲ 'ਤੇ ਕੌਣ ਸੀਗਾ, ਸਵਾਮੀਨਾਥਨ। ਪੰਜਾਬ ਲੈਵਲ 'ਤੇ ਕੌਣ ਸੀਗਾ, ਰੰਧਾਵਾ, MS ਰੰਧਾਵਾ। ਸੋ HYD 80% ਆਪਣੀ ਐਗਰੀਕਲਚਰ ਸੀਗੀ। ਆਹ ਜਿਹੜਾ ਸੀਡ ਲੈ ਕੇ ਆਉਂਦਾ ਸੀਗਾ, ਇਹਦਾ ਮਤਲਬ ਇਹ ਸੀਗਾ ਕਿ ਇੱਕ ਜਿਹੜਾ ਆਪਣਾ ਕਣਕ ਦਾ ਛਿੱਟਾ ਨਾ, ਉਹਦੇ ਵਿੱਚ ਨਾ 5-7 ਦਾਣੇ ਹੁੰਦੇ ਸੀਗੇ ਸਿਰਫ ਤੇ ਸਿਰਫ। ਜਿਹੜਾ ਇਹਨਾਂ ਨੇ ਫਿਰ ਬੀਜ ਤਿਆਰ ਕੀਤਾ ਮੈਕਸੀਕੋ ਤੋਂ, ਉਹਦੇ ਵਿੱਚ ਘੱਟੋ ਘੱਟ 20 ਤੋਂ 25 ਦਾਣੇ ਆਉਣ ਲੱਗ ਗਏ। ਸੋ ਇਹਦੇ ਕਰਕੇ ਪੰਜਾਬ ਜਿਹੜਾ ਬਹੁਤ ਜ਼ਿਆਦਾ ਖੁਸ਼ਹਾਲ ਹੋ ਗਿਆ, ਜਿਹਦੇ ਕਰਕੇ ਪੰਜਾਬ ਵਿੱਚ ਹਰੀ ਕ੍ਰਾਂਤੀ ਨੇ ਬਹੁਤ ਚੀਜ਼ਾਂ ਨੂੰ ਜਨਮ ਦਿੱਤਾ। ਮਤਲਬ ਕਹਿ ਸਕਦੇ ਹਾਂ ਕਿ ਪੰਜਾਬ ਮਾਲੋ ਮਾਲ ਹੋ ਗਿਆ, ਠੀਕ ਹੈ। ਸੋ ਇਹ ਹਰੀ ਕ੍ਰਾਂਤੀ ਦੇ ਆਪਣੀ ਕੀ ਨੇ, ਮਿਹਰਬਾਨੀਆਂ ਨੇ। ਸੋ ਦੇਖੋ ਹੋ ਗਿਆ ਆਪਣਾ ਹਰੀ ਕ੍ਰਾਂਤੀ। ਸੋ ਇੱਕ ਛੋਟਾ ਟੌਪਿਕ ਸੀਗਾ, ਤੁਸੀਂ 2-3 ਗੱਲਾਂ ਯਾਦ ਰੱਖਣੀਆਂ ਨੇ। ਹੁਣ ਆਪਾਂ ਦੇਖਦੇ ਵੀ ਕਿ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਕੀ ਹੁੰਦਾ ਹੈ। ਪਬਲਿਕ ਡਿਸਟਰੀਬਿਊਸ਼ਨ, ਮੇਰੀ ਤੁਸੀਂ ਇੱਕ ਗੱਲ ਯਾਦ ਰੱਖੋ, ਜੇ ਤਾਂ ਐਗਜ਼ਾਮ ਦੇਖੋ ਮੇਰੇ ਕਹਿਣ ਨਾਲ ਕੁਛ ਨਹੀਂ ਹੁੰਦਾ, ਠੀਕ ਹੈ। ਸੋ ਮੇਰੇ ਕਹਿਣ ਨਾਲ ਕੁਛ ਨਹੀਂ ਹੁੰਦਾ, ਜੇਕਰ 5 ਮਾਰਚ ਵਾਲਾ ਐਗਜ਼ਾਮ ਐਕਸਟੈਂਡ ਹੁੰਦਾ ਹੈ ਇਨ ਦਾ ਕੇਸ, ਠੀਕ ਹੈ, ਫਿਰ ਆਪਾਂ ਕਰਾਂਗੇ ਰਾਜੇ ਰਿਵੀਜ਼ਨ ਬੈਚ ਸ਼ੁਰੂ। ਰਿਵੀਜ਼ਨ ਤੁਹਾਨੂੰ ਮੈਂ ਕਰਾਇਆ ਕਰੂੰਗਾ ਸਾਰੀ ਦੀ ਸਾਰੀ, ਓਕੇ। ਸੋ ਆਪਾਂ ਲਾਈਵ ਸੈਸ਼ਨ ਵੀ ਰੱਖ ਲਿਆ ਕਰਾਂਗੇ, ਕੋਈ ਗੱਲ ਨਹੀਂ, ਇਹਦੇ ਵਿੱਚ ਬਹੁਤ ਸਾਰੇ ਕੁਐਸਚਨ ਲੈ ਕੇ ਆਇਆ ਕਰਾਂਗੇ, ਠੀਕ ਹੈ। ਸੋ ਫਿਰ ਆਪਾਂ ਰਿਵੀਜ਼ਨ ਕਰਾਂਗੇ, ਆਪਾਂ ਬਰੋਡ ਲੈਵਲ 'ਤੇ ਕਰਾਂਗੇ, ਕਿਉਂਕਿ ਪੰਜਾਬ ਪੁਲਿਸ ਦਾ ਬੈਚ ਸ਼ੁਰੂ ਹੋ ਜਾਣਾ ਉਦੋਂ ਤੱਕ, ਠੀਕ ਹੈ। MCQ ਤੁਹਾਡੀ ਮਿਹਰਬਾਨੀਆਂ ਨੇ, ਦੇਖਾਂਗੇ ਵੀ ਰਿਸਪੌਂਸ ਬਹੁਤ ਵਧੀਆ ਮਿਲਦਾ, ਤੁਹਾਡਾ ਪਿਆਰ ਮਿਲਦਾ। ਸੋ ਉਹਦੇ ਵਿੱਚ ਤੁਹਾਡਾ ਕੰਮ ਹੋਊਗਾ, ਓਕੇ। ਸੋ ਆਹ ਗੱਲਾਂ ਉੱਥੇ ਆਉਣਗੀਆਂ ਯਾਰ, ਕੋਈ ਅੱਤਰ ਨਹੀਂ ਆ। ਇਹ PSSB ਕਲਰਕ ਲੋਕ 'ਚ ਇਹ ਕੁਐਸਚਨ ਆਏ ਸੀਗੇ ਜਿਹੜੇ ਆਪਾਂ ਪਿੱਛੇ ਕੀਤੇ ਆ, ਆਹ 5 ਸਾਲਾ ਯੋਜਨਾ, ਇਹ ਉਹ ਸਾਰਾ ਕੁਝ ਉਹੀ ਆਉਂਦਾ ਹੈ, ਓਕੇ। ਸੋ ਦੇਖੋ ਹੁਣ ਅੱਗੇ ਦੇਖੋ ਕਿ ਜਨਤਕ ਡਿਸਟਰੀਬਿਊਸ਼ਨ, ਇਹਦਾ ਮਤਲਬ ਕੀ ਆ, ਇਹਦਾ ਮਤਲਬ ਇਹ ਹੁੰਦਾ ਹੈ ਕਿ ਜੇਕਰ ਪਬਲਿਕ ਡਿਸਟਰੀਬਿਊਟ ਦਾ ਮਤਲਬ ਹੁੰਦਾ ਵੰਡਣਾ, ਵੰਡ ਪ੍ਰਣਾਲੀ। ਜਿਵੇਂ ਮਤਲਬ ਆਪਾਂ ਆਪਣੇ 'ਚ ਕਣਕ ਵੰਡਦੀ ਹੈ ਸਰਕਾਰ, ਡਿਪੂ ਬੋਲਦੇ ਨੇ ਕਣਕ, ਫਿਰ ਕੀ ਹੋਰ ਕੀ ਵੰਡਦੇ ਆਪਣੇ ਕੋਲੇ, ਚਾਵਲ, ਜਾਂ ਤੁਸੀਂ ਲਾ ਲਓ ਵੀ ਘਿਓ ਵੰਡਦੇ। ਜੋ ਵੀ ਚੀਜ਼ ਵੰਡੀ ਜਾਂਦੀ ਹੈ ਉਹਨੂੰ ਬੋਲਦੇ ਨੇ PDS, ਠੀਕ ਹੈ। PDS ਪਬਲਿਕ ਡਿਸਟਰੀਬਿਊਸ਼ਨ ਸਿਸਟਮ। ਜਿਵੇਂ ਆਪਣੇ ਕੋਲੇ ਸਕੂਲਾਂ ਦੇ ਵਿੱਚ ਖਾਣਾ ਆਉਂਦਾ ਹੈ, ਸੋ ਕਿੱਥੋਂ ਆਉਂਦਾ, ਉਹ ਪਬਲਿਕ ਡਿਸਟਰੀਬਿਊਸ਼ਨ ਤੋਂ ਆਉਂਦਾ ਹੈ। ਵੀ ਕੋਈ ਵੀ ਚੀਜ਼ ਵੰਡੀ ਜਾ ਰਹੀ ਹੈ, ਇਹਦਾ ਮਤਲਬ ਕੀ ਆ, ਉਹ ਪਬਲਿਕ ਡਿਸਟਰੀਬਿਊਸ਼ਨ ਹੈ, ਠੀਕ ਹੈ। ਸੋ ਬਫਰ ਸਟਰੋਕ ਦਾ ਮਤਲਬ ਕੀ ਹੁੰਦਾ, ਬਫਰ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਹੋਣਾ, ਓਕੇ। ਸੋ ਤੁਸੀਂ ਇਹਦੀ ਡੈਫੀਨੇਸ਼ਨ ਲਿਖ ਲਓ, ਲਿਖ ਸਕਦੇ ਹੋ ਕਿ ਬਫਰ ਸਟਾਕ ਹੁੰਦਾ ਕਿ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਹੁੰਦੀਆਂ, ਅਨਾਜ ਹੋ ਗਿਆ, ਖੰਡ ਹੋ ਗਈ, ਹੈ ਨਾ, ਉਹਨੂੰ ਸਟੋਰ ਕਰਕੇ ਰੱਖਣਾ, ਉਹਨੂੰ ਬੋਲਦੇ ਨੇ ਬਫਰ ਸਟਰੋਕ। ਬਫਰ ਮਤਲਬ ਕਿ ਸਾਡੇ ਕੋਲ ਸਮਾਨ ਪਿਆ, ਓਕੇ। ਸੋ ਬਸ ਇਹਦੀ ਨਹੀਂ ਗੱਲ ਹੈ, ਬਸ ਤੁਸੀਂ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ। ਫਿਰ ਆਪਾਂ ਨੈਕਸਟ ਕਰਦੇ ਹਾਂ ਇਹਦਾ ਜਿਹੜਾ ਕੁਐਸਚਨ ਅਗਲਾ ਨੈਕਸਟ, ਠੀਕ ਹੈ। ਸੋ ਇਹਦੇ ਬਾਅਦ ਦੇਖੋ ਗਰੀਬੀ ਰੇਖਾ। ਹਾਂ ਦੇਖੋ ਗਰੀਬੀ ਰੇਖਾ ਕੀ ਹੁੰਦੀ ਹੈ, ਜਿਹਨੂੰ ਬੋਲਦੇ ਆਪਾਂ BPL, ਬਿਲੋ ਪੋਵਰਟੀ ਲਾਈਨ। ਮਤਲਬ ਇਹਦੇ ਵਿੱਚ ਹੁੰਦਾ ਵੀ ਸਰਕਾਰ ਇੱਕ ਆਪਣਾ ਜਾਰੀ ਕਰਦੀ ਹੈ ਵੀ ਦੇਖੋ ਵੀ ਆਪਣੇ ਦੇਸ਼ ਵਿੱਚ ਕਿੰਨੇ ਲੋਕ ਗਰੀਬ ਨੇ। ਸੋ ਗਰੀਬੀ, ਜੇਕਰ ਜਦੋਂ ਗਰੀਬੀ ਹਟਾਈ ਜਾਊਗੀ, ਠੀਕ ਹੈ। ਸੋ ਗਰੀਬੀ ਫਿਰ ਉਹਦੇ ਵਾਸਤੇ ਸਕੀਮਾਂ ਰੱਖੀਆਂ ਜਾਣੀਆਂ ਕਿ ਆਪਾਂ 5 ਕਿਲੋ ਚਾਵਲ ਦੇਣੇ ਨੇ, ਠੀਕ ਹੈ। ਸੋ ਆਪਾਂ ਇੰਨੀ ਕਣਕ ਦੇਣੀ ਹੈ, 2 ਰੁਪਏ ਕਿਲੋ ਕਣਕ ਦੇਣੀ। ਸੋ ਇਹ ਚੀਜ਼ਾਂ ਫਿਰ ਸਰਕਾਰ ਆਪਣੇ ਡਾਟੇ ਦੇ ਆਧਾਰ 'ਤੇ ਹੀ ਦਿੰਦੀ ਹੈ, ਓਕੇ। ਸੋ ਇਹ ਜਿਹੜਾ BPL ਕਿਹਾ ਜਾਂਦਾ, ਬਿਲੋ ਪੋਵਰਟੀ ਲਾਈਨ ਕਿਹਾ ਜਾਂਦਾ, ਠੀਕ ਹੈ। ਗਰੀਬੀ ਰੇਖਾ ਦਾ ਮਤਲਬ ਇਹ ਹੁੰਦਾ, ਗਰੀਬੀ ਰੇਖਾ ਕੀ ਹੁੰਦੀ ਹੈ ਕਿ ਸਭ ਤੋਂ ਘੱਟ ਜਿਹੜੀ ਛੱਤੀਸਗੜ੍ਹ ਵਿੱਚ ਪਾਈ ਜਾਂਦੀ ਹੈ, ਤਾਂ ਪੰਜਾਬ ਦਾ ਰੈਂਕ ਕੀ ਹੈ, 5th ਹੈ। ਮਤਲਬ ਪੰਜਾਬ ਦੇ ਵਿੱਚ ਵੀ BPL ਤੋਂ ਲੋਕ ਥੱਲੇ ਆਉਂਦੇ ਨੇ, ਕਿਉਂਕਿ 31% ਦਾ SC ਪਾਪੂਲੇਸ਼ਨ ਹੈ ਨਾ। ਸੋ ਗਰੀਬ ਵੀ ਹੈਗੇ ਨੇ ਵਿਚਾਰੇ, ਹੈ ਨਾ। ਸੋ ਕੋਈ ਚੱਕਰ ਨਹੀਂ ਹੈ।
BPL ਦਾ ਮਤਲਬ ਤੁਸੀਂ ਇੰਨਾ ਕੀ ਯਾਦ ਰੱਖਣਾ ਹੈ ਕਿ ਇਹ ਗਰੀਬੀ ਰੇਖਾ ਨੂੰ ਕੀ ਕਰਦਾ, ਇਹ ਚੈੱਕ ਕਰਦਾ ਹੈ। ਓਕੇ, ਸੋ ਦੇਸ਼ ਵਿੱਚ ਤੁਸੀਂ ਦੇਖੋ ਵੀ ਅਮੀਰ ਵੀ ਨੇ ਗਰੀਬ ਵੀ ਨੇ, ਸੋ ਇਹ ਚੱਲਦਾ ਰਹਿੰਦਾ ਸਿਸਟਮ, ਠੀਕ ਹੈ। ਸੋ ਬਸ ਇੰਨੀ ਗੱਲ ਹੈ, ਤੁਸੀਂ ਯਾਦ ਰੱਖਣਾ ਹੈ। ਅੱਗੇ ਦੇਖੋ ਨੈਕਸਟ ਟੌਪਿਕ, ਉਹ ਕਹਿੰਦਾ ਵੀ ਆਯਾਤ ਕੀ ਹੁੰਦਾ ਅਤੇ ਨਿਰਯਾਤ ਕੀ ਹੁੰਦਾ, ਬਸ ਠੀਕ ਹੈ, ਇਹੀ ਗੱਲ ਯਾਦ ਰੱਖਣੀ ਹੈ। ਹੁਣ ਦੇਖੋ ਆਯਾਤ ਤੇ ਨਿਰਯਾਤ ਦਾ ਮਤਲਬ ਹੁੰਦਾ ਇੰਪੋਰਟ, ਇਮ ਮਤਲਬ ਆਉਣਾ। ਜੇਕਰ ਆਪਣਾ ਕੋਈ ਦੇਸ਼ ਹੈ, ਮਤਲਬ ਤੁਸੀਂ ਦੇਸ਼ ਲੈ ਲਓ ਆਪਣਾ, ਠੀਕ ਹੈ, ਚੌਰਸ ਆਪਣਾ ਕੀ ਅੱਜ ਦੇਸ਼ ਹੈ, ਅੱਜ ਆਪਣਾ ਦੇਸ਼ ਕੀ ਹੈ, ਚੌਰਸ ਹੈ ਪੂਰਾ। ਸੋ ਜਿਹੜੀਆਂ ਚੀਜ਼ਾਂ ਆਪਣੇ ਦੇਸ਼ ਵਿੱਚ ਆ ਰਹੀਆਂ ਨੇ ਉਹਨੂੰ ਬੋਲਾਂਗੇ ਆਪਾਂ ਆਯਾਤ, ਮਤਲਬ ਆਓ, ਹੈ ਨਾ। ਹੁਣ ਦੇਖੋ ਕਿ ਜੇਕਰ ਚਾਈਨਾ ਤੋਂ ਆਪਣੇ ਦੇਸ਼ ਵਿੱਚ ਜਿਹੜੀਆਂ ਆਪਾਂ ਦੀਵਾਲੀ ਵੇਲੇ ਲਾਈਟਾਂ ਲਾਉਂਦੇ ਹਾਂ ਉਹ ਆ ਰਹੀਆਂ ਨੇ, ਆਈਫੋਨ ਆ ਰਿਹਾ, ਸੈਮਸੰਗ ਦਾ ਸਮਾਨ ਆ ਰਿਹਾ, ਸਾਈਕਲਾਂ ਦਾ ਸਮਾਨ ਆ ਰਿਹਾ, ਜੋ ਵੀ ਸਮਾਨ ਆਪਣੇ ਦੇਸ਼ ਆ ਰਿਹਾ ਉਹਨੂੰ ਬੋਲਾਂਗੇ ਆਯਾਤ। ਤਾਂ ਮਤਲਬ ਕਹਾਂਗੇ ਕਿ ਬਾਹਰਲੇ ਦੇਸ਼ਾਂ ਤੋਂ ਭਾਰਤ ਵਿੱਚ ਆਉਣ ਵਾਲੀਆਂ ਚੀਜ਼ਾਂ ਨੂੰ ਆਯਾਤ ਕਿਹਾ ਜਾਂਦਾ ਹੈ। ਐਕਸਪੋਰਟ ਦਾ ਮਤਲਬ ਕੀ ਹੁੰਦਾ ਕਿ ਜਿਹੜਾ ਆਪਾਂ ਸਮਾਨ ਵੇਚ ਰਹੇ ਹਾਂ, ਜਿਵੇਂ ਪਿਆਜ਼ ਵੇਚਦੇ ਆਪਾਂ ਪਾਕਿਸਤਾਨ ਨੂੰ, ਹੈ ਨਾ। ਸੋ ਆਪਾਂ ਕਿਸੇ ਨੂੰ ਹੋਰ ਕੁਛ ਜੋ ਵੀ ਕੁਛ ਆਪਣੇ ਦੇਸ਼ 'ਚੋਂ ਬਾਹਰ ਜਾ ਰਿਹਾ ਵੇਚਣ ਵਾਸਤੇ ਉਹਨੂੰ ਬੋਲਾਂਗੇ ਆਪਾਂ ਐਕਸਪੋਰਟ ਕਰਤਾ, ਠੀਕ ਹੈ, ਨਿਰਯਾਤ ਕਰਤਾ। ਬਸ ਇਹਨਾਂ ਵਿੱਚ ਦੋ ਹੀ ਡਿਫਰੈਂਸ ਹੈ, ਇਸ ਤੋਂ ਬਾਅਦ ਹੋਰ ਕੁਛ ਨਹੀਂ ਹੈਗਾ। ਓਕੇ, ਸੋ ਅੱਜ ਦੇ ਲਈ ਸਿਰਫ ਅਤੇ ਸਿਰਫ ਇੰਨਾ ਕਿ ਲੈਕਚਰ ਹੈ, ਕਿਉਂਕਿ ਨਾ ਸਾਡੇ ਯਾਰ ਇੱਥੇ ਲੱਗਾ ਸਪੀਕਰ। ਓਕੇ, ਸੋ ਉਹਦੀ ਆਵਾਜ਼ ਬਹੁਤ ਆ ਰਹੀ ਹੈ, ਸੋ ਇਸ ਕਰਕੇ ਮੈਨੂੰ ਥੋੜ੍ਹੀ ਜਿਹੀ ਬਹੁਤ ਪ੍ਰੋਬਲਮ ਹੋ ਗਈ ਅੱਜ, ਅਤੇ ਤਾਂ ਕਰਕੇ ਥੋੜ੍ਹੀ ਦਿੱਕਤ ਆ ਗਈ। ਸੋ ਤੁਸੀਂ ਬਸ ਇੰਨਾ ਤੁਸੀਂ ਰਿਵੀਜ਼ਨ ਕਰਕੇ ਰੱਖੋ। ਸੋ ਕੱਲ੍ਹ ਤੁਹਾਨੂੰ ਤੁਸੀਂ ਕਮੈਂਟ ਕਰੋ, ਆਪਾਂ ਨੂੰ ਮੈਰਾਥਨ ਕਲਾਸ ਤੁਹਾਨੂੰ ਮਿਲ ਜੂਗੀ। ਓਕੇ, ਸੋ ਫਿਰ ਆਪਾਂ ਮਿਲਦੇ ਹਾਂ ਆਪਾਂ ਨੈਕਸਟ ਲੈਕਚਰ ਦੇ ਵਿੱਚ। ਸੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਹੈ, ਲਵ ਯੂ ਆਲ ਹੈ। ਔਰ ਇਹਦੀ ਜਿਹੜੀ PDF ਹੈ ਉਹ ਤੁਹਾਨੂੰ ਕਿੱਥੇ ਮਿਲੂਗੀ, ਇਹ ਤੁਹਾਨੂੰ PDF ਮਿਲ ਜੂਗੀ ਟੈਲੀਗ੍ਰਾਮ ਦੇ ਵਿੱਚ। ਓਕੇ, ਸੋ ਜਿਨ੍ਹਾਂ ਬੱਚਿਆਂ ਨੇ WhatsApp ਦੇ ਉੱਪਰ ਮੈਸੇਜ ਨਹੀਂ ਕੀਤਾ ਉਹ ਕਰ ਸਕਦਾ, ਕੋਈ ਦਿੱਕਤ ਹੈ ਪਰੇਸ਼ਾਨੀ ਹੈ, ਜਾਂ ਉਹਨੂੰ ਲੱਗਦਾ ਕਿ ਮੇਰੇ WhatsApp ਦੇ ਉੱਪਰ ਇੱਥੇ ਨਾ ਸਰਚ ਦਾ ਲਿੰਕ ਆਵੇ ਸਪੈਸ਼ਲ। ਓਕੇ, ਸੋ ਕੋਈ ਗੱਲ ਨਹੀਂ, ਮੈਂ ਵੈਬ ਦੇ ਵਿੱਚ ਐਡ ਕਰ ਦੂੰਗਾ। ਸੋ ਨਵਾਂ ਆਪਾਂ MCQ ਸੀਰੀਜ਼ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ, ਠੀਕ ਹੈ, ਜਿਹਨੂੰ ਬੋਲਦੇ ਆਪਾਂ ਪੰਜਾਬ ਦੇ ਹੋਰ ਐਗਜ਼ਾਮ ਵਾਸਤੇ ਕੋਈ ਆਪਣੇ ਸੱਜਣ ਮਿੱਤਰ ਹੋਣਗੇ, ਠੀਕ ਹੈ। ਆਪਾਂ ਕਨਸੈਪਟ ਵਾਈਜ਼ ਜਿਹੜੇ ਨੇ ਟੌਪਿਕ ਆਪਾਂ ਕਲੀਅਰ ਕਰਾਂਗੇ। ਸੋ ਜੇਕਰ ਮੈਂ ਤੁਹਾਨੂੰ ਇੱਕ ਟੌਪਿਕ ਕਰਾਵਾਂ ਹੋਰ, ਤੁਹਾਨੂੰ ਮੈਂ ਕਰਾ ਹੀ ਦਿੰਦਾ ਯਾਰ, ਹੈ ਨਾ। ਇੱਕ ਮਿੰਟ ਤੁਸੀਂ ਨਾ ਕਰ ਹੀ ਲਓ ਯਾਰ ਟੌਪਿਕ ਇੱਕ ਹੋਰ। ਆਪਾਂ ਨਾ ਹੁਣ ਗੱਲਾਂ ਬਾਤਾਂ ਦੇਖਦੇ ਹਾਂ। ਆਪਾਂ ਹੁਣ ਦੇਖੋ ਖੇਤੀਬਾੜੀ ਦਾ ਆਪਣਾ ਕੰਮ ਰਹਿ ਗਿਆ, ਹੈ ਨਾ, ਖੇਤੀਬਾੜੀ ਦਾ, ਹੈ ਨਾ। ਸੋ ਇਸ ਤੋਂ ਇਲਾਵਾ ਤੁਸੀਂ ਹੁਣ ਇਹ ਦੇਖੋ, ਮੈਂ ਤੁਹਾਨੂੰ ਇੱਕ ਟੌਪਿਕ ਕਰਾਉਣਾ। ਦੇਖੋ ਚਲੋ ਮੇਰੇ ਯਾਦ ਆ ਗਿਆ ਹੁਣ, ਹੈ ਨਾ, ਕਰ ਹੀ ਲੈਂਦੇ ਹਾਂ ਹੁਣ। ਆਪਣਾ ਅੱਜ 17 ਕੁ ਮਿੰਟ ਹੀ ਹੋਏ ਨੇ, 2 ਮਿੰਟ ਲਾ ਲਈਏ। ਦੇਖੋ ਰੇਲਵੇ ਰੇਲਵੇ ਜਿਹੜੀ ਭਾਰਤ ਦਾ ਸਭ ਤੋਂ ਸਸਤਾ ਸਾਧਨ ਹੈ, ਠੀਕ ਹੈ, ਸਸਤਾ ਸਾਧਨ ਹੈ ਇੱਕ ਤਾਂ। ਓਕੇ, ਸੋ ਜਿਹੜੀ ਰੇਲਵੇ ਆ ਭਾਰਤ ਵਿੱਚ ਕਦੋਂ ਸ਼ੁਰੂ ਹੋਈ ਸੀ, 1853 ਦੇ ਵਿੱਚ ਹੋਈ ਸੀਗੀ। ਇਹਨੂੰ ਸ਼ੁਰੂ ਕਿਹਨੇ ਕੀਤਾ ਸੀਗਾ, ਤੁਸੀਂ ਇਹ ਕਾਪੀ 'ਤੇ ਨੋਟ ਕਰ ਲਿਓ, ਇਹ ਤੁਹਾਡੇ ਨਾ PPT ਵਿੱਚ ਐਡ ਨਹੀਂ ਹੋਊਗਾ ਕਿਉਂਕਿ, ਠੀਕ ਹੈ। ਸੋ ਇਹ ਕੀਤੀ ਸੀ 1853 ਵਿੱਚ। ਕਿਹਨੇ ਕੀਤੀ ਸੀ ਇਹ ਕੀਤੀ ਸੀਗੀ ਜੀ ਡਲਹੌਜੀ ਨੇ ਕੀਤੀ ਸੀ। ਓਕੇ, ਸੋ ਕਦੋਂ ਚੱਲੀ ਸੀ ਇਹ, ਮੁੰਬਈ ਤੋਂ ਚੱਲੀ ਸੀਗੀ ਥਾਣੇ ਤੱਕ। ਓਕੇ, ਸੋ ਮੁੰਬਈ ਤੋਂ ਥਾਣੇ ਤੱਕ ਚੱਲੀ ਸੀ। ਸਭ ਤੋਂ ਸਸਤਾ ਸਾਧਨ ਹੈ ਸਮਾਨ ਨੂੰ ਢੋਣ ਵਾਸਤੇ। ਸੋ ਇਹਨੂੰ ਦੇਖੋ ਰੇਲਵੇ ਦਾ ਪਿਤਾ ਕਿਹਨੂੰ ਕਿਹਾ ਜਾਂਦਾ, ਹੁਣ ਡਲਹੌਜੀ ਆ ਗਿਆ ਕਿਉਂਕਿ ਇਹਨੇ ਸ਼ੁਰੂ ਕੀਤਾ। ਸੋ ਇਹ ਆ ਗਿਆ। ਓਕੇ, ਸੋ ਇੰਡੀਆ ਦਾ ਜਿਹੜਾ ਨੈਟਵਰਕ ਹੈ ਪੂਰੇ ਵਰਲਡ ਵਿੱਚ ਚੌਥੇ ਨੰਬਰ 'ਤੇ ਆਉਂਦਾ ਵੀ ਜਿਹੜਾ ਆਪਣਾ ਨੈਟਵਰਕ ਹੈ, ਮਤਲਬ ਵੀ ਲਾਈਨਸ ਇੰਨੇ ਕਿਲੋਮੀਟਰ ਦੇ ਹਿਸਾਬ ਨਾਲ, ਹੈ ਨਾ। ਸੋ ਸਭ ਤੋਂ ਵੱਡੀ ਵਿਸ਼ਵ ਦੇ ਵਿੱਚ ਆਪਣੀ ਚੌਥੇ ਨੰਬਰ 'ਤੇ ਆਪਣਾ ਆਉਂਦਾ, ਬਿਗੈਸਟ ਹੈ। ਔਰ ਜਿਹੜਾ ਏਸ਼ੀਆ ਹੈ ਨਾ, ਏਸ਼ੀਆ ਦੇ ਵਿੱਚ ਆਪਣਾ ਪਹਿਲਾ ਨੰਬਰ ਹੈ, ਠੀਕ ਹੈ। ਸੋ ਏਸ਼ੀਆ ਵਿੱਚ ਆਪਣਾ ਬਿਗੈਸਟ ਹੈ, ਸਭ ਤੋਂ ਵੱਡੀ ਹੈ, ਅਤੇ ਚੌਥੀ ਨੰਬਰ ਵਿਸ਼ਵ 'ਤੇ ਆਉਂਦੀ ਹੈ। ਓਕੇ, ਸੋ ਜਿਹੜੀ ਆਪਣੀ ਹੁਣ ਦੇਖੋ ਇਹ ਤਾਂ ਹੋ ਗਈ ਰੇਲਵੇ ਆਪਣੀ, ਹੈ ਨਾ। ਸੋ ਇੱਕ ਹੁੰਦੀ ਹੈ ਜਲ। ਓਕੇ, ਜਲ ਜਿਹਨੂੰ ਬੋਲਦੇ ਜਲ ਆਵਾਜਾਈ ਵੀ ਕਹਿ ਸਕਦੇ ਹਾਂ, ਹੈ ਨਾ। ਸੋ ਉਹ ਆਪਣੀ ਹੈਗੀ ਆ 16ਵੇਂ ਸਥਾਨ 'ਤੇ ਹੈ, ਠੀਕ ਹੈ। ਸੋ ਇਹ ਯਾਦ ਰੱਖਣਾ। ਔਰ ਏਸ਼ੀਆ ਦੇ ਵਿੱਚ ਆਪਣੀ ਹੈਗੀ ਆ ਜੀ ਦੂਜੇ ਨੰਬਰ 'ਤੇ। ਏਸ਼ੀਆ 'ਚ ਕਿੰਨੇ 'ਤੇ ਆਪਣੇ ਸੈਕਿੰਡ ਨੰਬਰ 'ਤੇ ਹੈ। ਹੁਣ ਜਲ ਦੇਖੋ, ਜਲ ਕੀ ਹੈ ਕਿ ਜਿਹੜੇ ਆਪਣੇ ਇੱਥੇ ਪੋਰਟ ਬਣੇ ਹੋਏ ਨੇ, ਜਿਹੜਾ ਆਪਣੇ ਸਮੁੰਦਰੀ ਜਹਾਜ਼ ਆਉਂਦੇ ਨੇ, ਸਮੁੰਦਰੀ ਜਹਾਜ਼ ਇੱਧਰ ਲੰਘ ਗਿਆ, ਸਮੁੰਦਰੀ ਜਹਾਜ਼ ਇੱਧਰੋਂ ਇੱਥੇ ਆ ਗਿਆ, ਇੱਥੋਂ ਇੱਧਰ ਚਲਾ ਗਿਆ, ਇੱਧਰੋਂ ਇੱਧਰ ਚਲਾ ਗਿਆ, ਹੈ ਨਾ। ਸੋ ਉਸ ਲੈਵਲ 'ਤੇ ਆਪਣਾ 16ਵਾਂ ਰੈਂਕ ਹੈ, ਅਤੇ ਇਹਦੇ ਵਿੱਚ ਆਪਣਾ ਕਿੰਨਾ ਏਸ਼ੀਆ ਵਿੱਚ ਕਿੰਨਾ ਦੂਜਾ ਰੈਂਕ ਹੈ। ਓਕੇ, ਸੋ ਸਭ ਤੋਂ ਇੰਪੋਰਟੈਂਟ ਇੱਕ ਨਾ ਬੰਦਰਗਾਹ ਹੈਗੀ ਹੈ ਜਿੱਥੇ ਸਭ ਤੋਂ ਵੱਡੀ ਪਾਈ ਜਾਂਦੀ ਹੈ, ਜਿਹਨੂੰ ਬੋਲਦੇ ਨੇ ਹਲਦੀਆ ਬੰਦਰਗਾਹ। ਇਹ ਕਿੱਥੇ ਪਾਈ ਜਾਂਦੀ ਹੈ, ਗੁਜਰਾਤ ਵਿੱਚ ਪਾਈ ਜਾਂਦੀ ਹੈ ਹਲਦੀਆ। ਇੱਕ ਮਿੰਟ ਤੁਹਾਨੂੰ ਪਾਈ ਦਿੰਦਾ ਹਾਂ, ਠੀਕ ਹੈ। ਸੋ ਹਲਦੀਆ ਜਿਹੜੀ ਹੈਗੀ ਆ ਇਹ ਕਿੱਥੇ ਪਾਈ ਜਾਂਦੀ, ਗੁਜਰਾਤ ਵਿੱਚ। ਔਰ ਆਂਧਰਾ ਪ੍ਰਦੇਸ਼ ਵਿੱਚ ਇੱਕ ਪਾਈ ਜਾਂਦੀ ਜਿਹਨੂੰ ਬੋਲਦੇ ਨੇ ਵਿਸ਼ਾਖਾਪਟਨਮ। ਇਹ ਸਭ ਤੋਂ ਫੇਮਸ ਨੇ ਠੀਕ ਹੈ, ਵਿਸ਼ਾਖਾਪਟਨਮ, ਠੀਕ ਹੈ। ਇਹ ਆਂਧਰਾ ਪ੍ਰਦੇਸ਼ ਵਿੱਚ ਪਾਈ ਜਾਂਦੀ ਹੈ, AP, ਔਰ ਇਹ ਪਾਈ ਜਾਂਦੀ ਜੀ ਗੁਜਰਾਤ ਦੇ ਵਿੱਚ। ਓਕੇ, ਸੋ ਫੇਮਸ ਹੈ ਇਹ ਪੋਰਟ ਨੇ ਦੋਨੇ। ਸੋ ਸਭ ਤੋਂ ਵੱਡੀ ਕਿੱਥੇ ਹੈ, ਉਹ ਹੈਗੀ ਹੈ ਜੀ ਬੰਬੇ ਵਿੱਚ ਹੈ। ਬੰਬੇ ਪਾ ਲਓ ਇੱਥੇ, ਬੰਬੇ ਇਹ ਸਭ ਤੋਂ ਕੀ ਹੈਗੀ ਆ, ਵੱਡੀ ਹੈ। ਓਕੇ, ਵੱਡੀ। ਸੋ ਇਹ ਤੁਸੀਂ ਗੱਲ ਯਾਦ ਰੱਖਣੀ ਹੈ। ਓਕੇ,
ਅੱਛਾ ਇਹ ਤੋਂ ਬਾਅਦ ਆਪਾਂ ਇਹ ਕਰ ਲੈਣੇ ਆਪਾਂ ਏਅਰ ਵੀ ਕਰ ਲੈਣੇ ਆ ਜੀ, ਆਪਾਂ ਨਾਲ ਤਿੰਨੇ ਕਰ ਲੈਣੇ ਏਅਰ। ਓਕੇ ਸੋ ਅੱਗੇ ਦੇਖੋ ਨੈਕਸਟ ਦੇਖੋ ਆਪਾਂ ਕਰਦੇ ਹਾਂ ਜੀ ਏਅਰ। ਓਕੇ ਏਅਰ, ਸੋ ਏਅਰ ਦੇਖੋ ਕਿ ਜਿਹੜੀ ਏਅਰ ਟਰਾਂਸਪੋਰਟ ਹੈ ਇਹ ਸਭ ਤੋਂ ਫਾਸਟੈਸਟ ਜਿਹੜੀ ਮੰਨੀ ਜਾਂਦੀ ਫਾਸਟੈਸਟ ਮੰਨੀ ਜਾਂਦੀ ਹੈ। ਓਕੇ ਸੋ ਦੇਖੋ ਕਿਉਂਕਿ ਹਵਾ ਦੇ ਵਿੱਚ ਆਪਾਂ ਉੱਡ ਕੇ ਜਾਣਾ ਹੈ, ਠੀਕ ਹੈ। ਸੋ ਇਹ ਸਭ ਤੋਂ ਵੱਡੀ ਮੰਨੀ ਜਾਂਦੀ ਹੈ, ਮਤਲਬ ਇਹ ਸਭ ਤੋਂ ਤੇਜ਼ ਮੰਨੀ ਜਾਂਦੀ ਹੈ ਅਤੇ ਨਾਲ ਵੀ ਮਹਿੰਗਾ ਵੀ ਹੈ ਨਾ। ਟਿਕਟਾਂ ਵੀ ਕਿੰਨੀਆਂ ਮਹਿੰਗੀਆਂ ਹੋ ਜਾਂਦੀਆਂ ਇਹਦੀਆਂ ਹੈ ਨਾ। ਸੋ ਮਹਿੰਗੀ ਹੈ ਇਹ, ਔਰ ਸਭ ਤੋਂ ਤੇਜ਼ ਹੈ ਜਿਹਨੂੰ ਬੋਲਾਂਗੇ ਆਪਾਂ ਤੇਜ਼। ਓਕੇ ਸੋ ਤੇਜ਼ ਹੈ ਅਤੇ ਇਹ ਹੈ। ਸੋ ਬਸ ਆਪਣੀ ਇਹ ਜਿਹੜੀ ਆਪਣੀ ਜਿਹੜੀ ਹਵਾ ਏਅਰ ਹੈ, ਸੋ ਇਹ ਵੀ ਬਹੁਤ ਪਹਿਲਾਂ ਸ਼ੁਰੂ ਹੋ ਗਈ ਸੀ ਹੈ ਨਾ। ਸੋ ਤੁਸੀਂ ਇਹ ਦੱਸੋ ਵੀ ਕਦੋਂ ਸ਼ੁਰੂ ਕੀਤੀ ਗਈ ਹੈ ਭਾਰਤ ਵਿੱਚ ਹੈ ਨਾ। ਸੋ ਇਹ ਆਪਣੀਆਂ ਤਿੰਨ ਆਪਾਂ ਤੁਹਾਨੂੰ ਮੋਟਾ ਤੁਹਾਨੂੰ ਕਰਵਾਤਾ। ਸੋ ਇਸ ਤੋਂ ਬਾਅਦ ਫਿਰ ਆਪਾਂ ਦੇਖਾਂਗੇ, ਫਿਰ ਆਪਾਂ ਥਰਮਲ ਵਗੈਰਾ ਖੇਤੀਬਾੜੀ ਵਿੱਚ ਆਪਾਂ ਸਾਰਾ ਟੌਪਿਕ ਖਤਮ ਕਰ ਦਾਂਗੇ। ਸੋ ਇਸ ਤੋਂ ਬਾਅਦ ਫਿਰ ਆਪਾਂ ਨੈਕਸਟ ਕਰਦੇ ਹਾਂ, ਠੀਕ ਹੈ। ਸੋ ਤੁਸੀਂ ਰਿਵੀਜ਼ਨ ਕਰਕੇ ਰੱਖੋ, ਮੈਰਾਥਨ ਕਲਾਸ ਤੁਹਾਨੂੰ ਮਿਲ ਜੂਗੀ, ਡੋਂਟ ਵਰੀ। ਸੋ ਫਿਰ ਆਪਾਂ ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਜੈ ਹਿੰਦ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਓਕੇ ਸੋ ਟੈਲੀਗ੍ਰਾਮ ਦੇ ਵਿੱਚ ਤੁਸੀਂ PDF ਜ਼ਰੂਰ ਡਾਊਨਲੋਡ ਕਰ ਲਿਓ, ਔਰ ਤੁਸੀਂ ਕਾਪੀ 'ਤੇ ਲਿਖਣ ਦੀ ਕੋਸ਼ਿਸ਼ ਕਰਿਓ, ਠੀਕ ਹੈ। ਚਲੋ ਜੀ ਮਿਲਦੇ ਆਪਾਂ ਨੈਕਸਟ ਲੈਕਚਰ ਵਿੱਚ। ਥੈਂਕ ਯੂ ਵੈਰੀ ਮੱਚ।